ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸਿਮਰਤ ਕੌਰ। ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਸਿਲਸਿਲੇ ਦੀ, ਬਟ ਸਭ ਤੋਂ ਪਹਿਲਾਂ ਨਜ਼ਰ ਹੈਡਲਾਈਨਸ ਤੇ। ਕੈਲਗਰੀ ਵਿੱਚ ਸਾਲ ਦੇ ਪਹਿਲੇ ਦਿਨ ਹੋਈ ਗੋਲੀਬਾਰੀ, ਇੱਕ ਦੀ ਹੋਈ ਮੌਤ, ਇੱਕ ਗੰਭੀਰ ਰੂਪ ਵਿੱਚ ਹੈ ਜ਼ਖਮੀ। 3 ਸਾਲ 'ਚ ਪਹਿਲੀ ਵਾਰ ਨਵੇਂ ਸਾਲ ਵਿੱਚ ਲੱਗੀਆਂ ਰੌਣਕਾਂ, 2023 ਲਈ ਹੋਰ ਲਾਈਵ ਇਵੈਂਟਸ ਦੀ ਯੋਜਨਾ। ਸਿਹਤ ਮੰਤਰੀ ਨੂੰ 2022 ਤੋਂ ਮਿਲੀ ਸਿੱਖਿਆ, ਕਿਹਾ 2023 ਲਈ ਪੂਰੀ ਤਰ੍ਹਾਂ ਤਿਆਰ ਹੈ BC। 2023 ਲਈ ਇਮੀਗ੍ਰੇਸ਼ਨ ਦੀ ਵੱਡੀ ਅਪਡੇਟ, ਇਮੀਗ੍ਰੇਸ਼ਨ ਨਾਲ ਸੁਧਰ ਸਕਦੀ ਹੈ ਆਰਥਿਕ ਸਥਿਤੀ। ਨਵੇਂ ਸਾਲ ਦੇ ਨਵੇਂ ਟੈਕਸ ਆਏ ਸਾਹਮਣੇ, ਫੈਡਰਲ ਸਰਕਾਰ ਵੱਲੋਂ ਟੈਕਸਾਂ ਵਿੱਚ ਤਬਦੀਲੀਆਂ। ਸ਼ੁਰੂ ਕਰਦੇ ਹਾਂ ਪਹਿਲੀ ਖਬਰ ਦੀ, ਜੋ ਕਿ ਕੈਲਗਰੀ ਤੋਂ ਸਾਹਮਣੇ ਆ ਰਹੀ ਹੈ, ਜਿਸ ਤੇ ਪਤਾ ਲੱਗਿਆ ਹੈ ਕਿ ਸਾਲ ਦੇ ਪਹਿਲੇ ਦਿਨ ਵਿੱਚ ਹੀ ਗੋਲੀਬਾਰੀ ਦਾ ਕੇਸ ਸਾਹਮਣੇ ਆਇਆ ਹੈ, ਜਿਹਦੇ ਵਿੱਚ ਇੱਕ ਜਣੇ ਦੀ ਮੌਤ ਹੋ ਚੁੱਕੀ ਹੈ ਤੇ ਦੂਜਾ ਬੰਦਾ ਗੰਭੀਰ ਤੌਰ ਤੇ ਜ਼ਖਮੀ ਹੈ। ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਤਿਲ ਦਾ ਹਲੇ ਕੋਈ ਪਤਾ ਨਹੀਂ ਲੱਗ ਪਾਇਆ, ਪਰ ਅਗਲੇ ਹਫਤੇ ਤੋਂ ਪੋਸਟਮਾਰਟਮ ਦੀ ਸ਼ੁਰੂਆਤ ਹੋ ਜਾਵੇਗੀ। ਉੱਤਰ ਪੱਛਮੀ ਕੈਲਗਰੀ ਦੇ ਨੇੜਲੇ ਇਲਾਕੇ ਵਿੱਚ ਨਵੇਂ ਸਾਲ ਦੇ ਦਿਨ ਹੀ ਗੋਲੀਬਾਰੀ ਦੀ ਸ਼ੁਰੂਆਤ ਹੋਈ ਹੈ, ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਐਤਵਾਰ ਤਰਲੇ 3:40 ਤੋਂ ਹੋਈ। ਅਧਿਕਾਰੀਆਂ ਨੇ 2 ਆਦਮੀਆਂ ਨੂੰ ਗੋਲੀਆਂ ਦੇ ਜ਼ਖਮੀ ਤੋਂ ਪੀੜਤ ਪਾਇਆ। ਉਹਨਾਂ ਵਿੱਚੋਂ ਇੱਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਐਮਰਜੈਂਸੀ ਅਮਲੇ ਨੇ ਦੂਜੇ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ। ਬਾਅਦ ਵਿੱਚ ਉਸ ਨੂੰ ਸਥਿਤ ਹਾਲਤ 'ਚ ਅਪਗ੍ਰੇਡ ਕਰ ਦਿੱਤਾ ਗਿਆ। ਪੁਲਿਸ ਨੇ ਇੱਕ ਰਿਲੀਜ਼ ਵਿੱਚ ਕਿਹਾ ਕਿ ਕਤਲ ਦੀ ਜਾਂਚ ਕਰਤਾ CCTV ਫੁਟੇਜ ਅਤੇ ਗਵਾਹਾਂ ਤੋਂ ਜਾਣਕਾਰੀ ਇਕੱਠੀ ਕਰਨ ਲਈ ਕੰਮ ਕਰ ਰਹੇ ਨੇ। ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਮਾਰੇ ਗਏ ਵਿਅਕਤੀ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ ਅਗਲੇ ਹਫਤੇ ਦੇ ਸ਼ੁਰੂਆਤ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ। ਸਾਲ 2023 ਦੀ ਇਹ ਕੈਲਗਰੀ ਵਿੱਚ ਪਹਿਲੀ ਗੋਲੀਬਾਰੀ ਸੀ। ਪਿਛਲੇ ਸਾਲ ਸ਼ਹਿਰ ਵਿੱਚ 26 ਹੱਤਿਆਵਾਂ ਦਰਜ ਕੀਤੀਆਂ ਗਈਆਂ ਸਨ। ਖੇਤਰ ਵਿੱਚ ਰਹਿਣ ਵਾਲੇ ਇੱਕ ਪੜੋਸੀ ਦਾ ਕਹਿਣਾ ਹੈ ਕਿ ਉਸਨੇ ਗੋਲੀਆਂ ਦੀ ਆਵਾਜ਼ ਨਹੀਂ ਸੁਣੀ, ਪਰ ਕਿਹਾ ਕਿ 2 ਪੀੜਤਾਂ ਨੂੰ ਖੇਤਰ ਵਿੱਚ ਲਿਜਾਇਆ ਗਿਆ ਸੀ। ਦੂਜੇ ਪੜੋਸੀ ਨੇ ਕਿਹਾ ਕਿ ਉਹ ਮਾਰੇ ਗਏ ਪੀੜਤ ਨੂੰ ਜਾਣਦਾ ਸੀ, ਇਹ ਕਹਿੰਦੇ ਹੋਏ ਕਿ ਉਹ ਹਾਲ ਹੀ ਵਿੱਚ ਸੈਸਕੈਚੁਆਨ ਤੋਂ ਕੈਲਗਰੀ ਆਇਆ ਸੀ ਤੇ ਉਹਨੇ ਨੌਕਰੀ ਲੱਭਣ ਲਈ ਮਦਦ ਵੀ ਮੰਗੀ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਨੂੰ ਨਿਸ਼ਾਨਾ ਬਣਾ ਕੇ ਐਗਜ਼ੀਕਿਊਟ ਕੀਤਾ ਗਿਆ ਸੀ। RCMP ਵੱਲੋਂ ਇੱਕ ਵਾਂਟਡ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਕਈ ਸਮੇਂ ਤੋਂ ਐਡਮੰਟਨ ਤੋਂ ਭੱਜ ਕੇ ਬਰਨਬੀ BC ਵਿੱਚ ਛੁਪ ਕੇ ਬੈਠਿਆ ਸੀ ਤੇ ਹੁਣ ਹਾਲ ਹੀ ਵਿੱਚ RCMP ਨੂੰ ਸੂਚਨਾ ਮਿਲੀ ਕਿ ਕਿਸ਼ੋਨ ਮੈਕਮਿਲਨ ਬਰਨਬੀ ਖੇਤਰ ਵਿੱਚ ਰਹਿ ਰਿਹਾ ਹੈ, ਜਿਸ ਤੋਂ ਬਾਅਦ ਉਹਨੂੰ ਹੁਣ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਐਡਮੰਟਨ ਦਾ ਇੱਕ ਵਿਅਕਤੀ ਪੁਲਿਸ ਨੂੰ ਚਕਮਾ ਦੇ ਕੇ ਕਈ ਸਮੇਂ ਤੋਂ ਭੱਜ ਰਿਹਾ ਸੀ ਅਤੇ ਹੁਣ ਹਿਰਾਸਤ ਵਿੱਚ ਲੈ ਲਿਆ ਗਿਆ ਹੈ। 19 ਸਾਲਾ ਔਰਤ ਉੱਤੇ ਹਮਲਾ ਕਰਨ ਅਤੇ ਜ਼ਬਰਦਸਤੀ ਜਿਨਸੀ ਕੰਮ ਕਰਨ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਬਰਨਬੀ BC ਵਿੱਚ 1 ਸਾਲ ਤੋਂ ਵੱਧ ਸਮੇਂ ਤੱਕ ਪੁਲਿਸ ਤੋਂ ਬਚਣ ਤੋਂ ਬਾਅਦ ਹੁਣ ਗ੍ਰਿਫਤਾਰ ਕਰ ਲਿਆ ਗਿਆ। ਕਿਸ਼ੋਨ ਮੈਕਮਿਲਨ ਉੱਤੇ ਮਨੁੱਖੀ ਤਸਕਰੀ, ਜ਼ਬਰਦਸਤੀ ਕੈਦ, ਵਧੇ ਹੋਏ ਹਮਲੇ, ਧਮਕੀਆਂ ਦੇਣ ਅਤੇ 2021 ਵਿੱਚ ਵਾਪਰੀਆਂ ਘਟਨਾਵਾਂ ਦੇ ਆਧਾਰ ਉੱਤੇ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਲਗਾਏ ਗਏ ਨੇ। ਐਡਮੰਟਨ ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਉਸੇ ਸਾਲ ਮਾਰਚ ਵਿੱਚ ਮੈਕਮਿਲਨ ਨੇ ਔਰੋਰਾ ਮੋਟੈਲ ਵਿੱਚ ਔਰਤ ਨਾਲ ਹਿੰਸਕ ਹਮਲਾ ਵੀ ਕੀਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸਨੇ ਸ਼ਹਿਰ ਦੇ ਇੱਕ ਵੱਖਰੇ ਮੋਟੈਲ ਵਿੱਚ ਉਸੇ ਔਰਤ ਨਾਲ ਦੂਜੇ ਵਾਰ ਵੀ ਹਮਲਾ ਕੀਤਾ ਸੀ। ਤਾਜ਼ਾ ਘਟਨਾ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਔਰਤ ਉਸ ਮੋਟੈਲ ਦੇ ਕਮਰੇ ਤੋਂ ਫਰਾਰ ਹੋ ਗਈ ਤੇ ਕਾਤਿਲ ਵੀ ਉਸ ਤੋਂ ਬਾਅਦ ਨਹੀਂ ਮਿਲਿਆ। ਉਸ ਤੋਂ ਬਾਅਦ ਮੈਕਮਿਲਨ ਨੂੰ ਅਗਸਤ ਵਿੱਚ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਪਰ ਉਹ ਉੱਥੇ ਕਦੇ ਪੇਸ਼ ਹੀ ਨਹੀਂ ਹੋਇਆ। ਬਰਨਬੀ ਵਿੱਚ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੈਕਮਿਲਨ ਖੇਤਰ ਵਿੱਚ ਰਹਿ ਰਿਹਾ ਹੈ ਤੇ ਉਸ ਨੂੰ ਸਥਾਨਕ RCMP ਨੇ 27 ਦਸੰਬਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਪੁਲਿਸ ਦੇ ਅਨੁਸਾਰ ਮੈਕਮਿਲਨ ਨੂੰ ਐਡਮੰਟਨ ਵਾਪਸ ਤਬਦੀਲ ਕਰਵਾ ਦਿੱਤਾ ਗਿਆ। ਵੈਂਕੂਵਰ ਵਿੱਚ ਪਿਛਲੇ 3 ਸਾਲਾਂ ਬਾਅਦ ਹੁਣ ਨਵੇਂ ਸਾਲ 'ਚ ਰੌਣਕਾਂ ਲੱਗੀਆਂ ਸੀ। ਕੋਵਿਡ ਦੀ ਪਾਬੰਦੀਆਂ ਹਟਣ ਤੋਂ ਬਾਅਦ ਇਸ ਵਾਰ ਵੱਡਾ ਇਕੱਠ ਵੇਖਣ ਨੂੰ ਮਿਲਿਆ। ਵੈਂਕੂਵਰ ਸਿਟੀਜ਼ ਕਾਉਂਸਲ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਪ੍ਰੀ ਕੋਵਿਡ ਦੇ ਮਨੋਰੰਜਨ ਨੂੰ ਵਾਪਸ ਲਿਆਂਦਾ ਜਾਵੇ। ਲਾਈਵ ਇਵੈਂਟਸ ਅਤੇ ਹੋਰ ਤਿਉਹਾਰਾਂ ਨੂੰ ਮਿਲ ਕੇ ਮਨਾਉਣਾ 2023 ਦਾ ਫੋਕਸ ਰਹੇਗਾ। ਵੈਂਕੂਵਰ ਵਿੱਚ ਕਈ ਸਾਲਾਂ ਬਾਅਦ ਡਾਊਨਟਾਊਨ 'ਚ ਰੌਣਕਾਂ ਵੇਖਣ ਨੂੰ ਮਿਲੀਆਂ। ਸ਼ਨੀਵਾਰ ਸ਼ਾਮ ਵੈਨਕੂਵਰ ਦੇ ਡਾਊਨਟਾਊਨ ਦੀਆਂ ਸੜਕਾਂ ਉੱਤੇ ਨਵੇਂ ਸਾਲ ਦਾ ਜਸ਼ਨ ਪੂਰੇ ਜ਼ੋਰਾਂ ਉੱਤੇ ਸੀ। ਵੈਨਕੂਵਰ ਦੀ ਨਵੀਂ ABC ਕਾਉਂਸਲ ਵੱਲੋਂ ਸਾਲ ਦੀ ਸ਼ਾਮ ਅਤੇ ਸਾਲ ਭਰ ਦੇ ਹੋਰ ਤਿਉਹਾਰਾਂ ਲਈ ਮੁਫਤ ਜਨਤਕ ਇਕੱਠਾਵਾਂ ਦੀ ਵਾਪਸੀ ਲਈ ਜ਼ੋਰ ਦੇ ਰਹੀ ਹੈ।
ਵੈਂਕੂਵਰ ਵਿੱਚ ਨਿਊ ਈਅਰਸ ਈਵ 'ਚ ਹਜ਼ਾਰਾਂ ਲੋਕਾਂ ਨੇ ਡਾਊਨਟਾਊਨ ਦੇ ਕੋਰ ਵਿੱਚ ਆਪਣੀ ਪ੍ਰਸਤੁਤੀ ਦਿੱਤੀ ਸੀ, ਖਾਸ ਕਰਕੇ ਗ੍ਰੈਨਵਿਲ ਸਟਰੀਟ ਤੇ। ਡਾਊਨਟਾਊਨ ਵਿੱਚ ਗਤੀਵਿਧੀ ਵਿੱਚ ਵਾਧੇ ਦਾ ਮਤਲਬ ਹੈ ਕਿ ਸੜਕਾਂ ਉੱਤੇ ਨਿਗਰਾਨੀ ਕਰਨ ਵਾਲੀ ਪੁਲਿਸ ਦੀ ਮੌਜੂਦਗੀ ਵਧੀ ਹੋਈ ਸੀ। ਵੈਂਕੂਵਰ ਪੁਲਿਸ ਕਾਂਸਟੇਬਲ ਤਾਨੀਆ ਨੇ ਕਿਹਾ, ਗ੍ਰੈਨਵਿਲ ਸਟਰੀਟ ਉੱਤੇ ਇੱਕ ਵੱਡੀ ਭੀੜ ਸੀ ਅਤੇ ਹਰ ਕੋਈ ਤਿਉਹਾਰ ਦੇ ਮੂਡ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਬਹੁਤ ਉਤਸ਼ਾਹਿਤ ਸੀ। ਗ੍ਰੈਨਵਿਲ ਮਨੋਰੰਜਨ ਜ਼ਿਲ੍ਹੇ ਦੇ ਨਾਲ-ਨਾਲ ਸ਼ਹਿਰ ਦੇ ਹੋਰ ਹਿੱਸਿਆਂ ਜਿਵੇਂ ਕਿ ਯੇਲ ਟਾਊਨ ਅਤੇ ਗੈਸਟਾਊਨ ਵਿੱਚ ਅਫਸਰਾਂ ਦੀ ਵੱਡੀ ਮੌਜੂਦਗੀ ਵੀ ਸੀ। ਉਹ ਇੱਥੇ ਹਰ ਕਿਸੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਏ ਸਨ। BC ਦੇ ਅਲਾਈਅੰਸ ਆਫ ਬੈਵਰੇਜ ਲਾਇਸੈਂਸਸ ਨੇ ਕਿਹਾ ਕਿ ਡਾਊਨਟਾਊਨ ਦੇ ਕੋਰ ਵਿੱਚ ਅਦਾਰੇ ਬਿਨਾਂ ਕਿਸੇ COVID-19 ਦੀ ਪਾਬੰਦੀਆਂ ਦੇ ਨਵੇਂ ਸਾਲ ਦੀ ਸ਼ਾਮ ਮਨਾਉਣ ਲਈ ਬਹੁਤ ਉਤਸ਼ਾਹਿਤ ਸਨ। ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਜਸ਼ਨ ਹੈ ਜਿੱਥੇ ਲੋਕ ਸਰਕਾਰੀ ਉਪਾਵਾਂ ਦੁਆਰਾ ਸੀਮਿਤ ਨਹੀਂ ਸਨ। ਨਵੇਂ ਸਾਲ ਦੀ ਇਹ ਸ਼ਾਮ ਉਦਯੋਗ ਲਈ ਪਿਛਲੇ ਕੁਝ ਸਾਲਾਂ ਦੇ ਕੁਝ ਨੁਕਸਾਨਾਂ ਦੀ ਉਪਵਾਹੀ ਕਰਨ ਲਈ ਇੱਕ ਵੱਡਾ ਮੌਕਾ ਸੀ। ਇਹ 3 ਸਾਲਾਂ ਵਿੱਚ ਪਹਿਲੀ ਵਾਰ ਇੱਕ ਰੋਮਾਂਚਕ ਨਵੇਂ ਸਾਲ ਦੀ ਸ਼ਾਮ ਰਹੀ ਹੈ। ਜਸ਼ਨਾਂ ਦੀ ਰਾਤ ਨੇ ਵੈਂਕੂਵਰ ਦੀਆਂ ਸੰਸਥਾਵਾਂ ਨੂੰ ਪੈਸਾ ਕਮਾਉਣ ਦਾ ਮੌਕਾ ਵੀ ਦਿੱਤਾ ਜੋ ਮਹਾਮਾਰੀ ਦੌਰਾਨ ਗੁਆਚ ਗਈਆਂ ਸਨ, ਜਿਸ ਦੀ ਉਦਯੋਗ ਨੂੰ ਲੋੜ ਵੀ ਸੀ। ਸ਼ਨੀਵਾਰ ਦੀ ਰਾਤ ਨੂੰ ਕੋਈ ਘਟਨਾ ਨਹੀਂ ਹੋਈ ਸੀ ਜਦੋਂ ਕਿ ਗ੍ਰੈਨਵਿਲ ਮਨੋਰੰਜਨ ਜ਼ਿਲ੍ਹਾ ਵਿੱਚ ਭੀੜ ਦਾ ਵੱਡਾ ਇਕੱਠ ਸੀ। ਵੈਂਕੂਵਰ ਸਿਟੀ ਕਾਉਂਸਲਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪ੍ਰੀ-ਕੋਵਿਡ ਦੇ ਮਨੋਰੰਜਨ ਨੂੰ ਸ਼ਹਿਰ ਵਿੱਚ ਵਾਪਸ ਲਿਆਉਣਾ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਹੁਣ ਜਦੋਂ ਕਿ ਹਰ ਕੋਈ COVID-19 ਮਹਾਮਾਰੀ ਦੇ ਸਭ ਤੋਂ ਭੈੜੇ ਪੜਾਅ ਵਿੱਚੋਂ ਬਾਹਰ ਆ ਰਿਹਾ ਹੈ ਅਤੇ ਉਹਨਾਂ ਨੂੰ ਲੋਕਾਂ ਨੂੰ ਡਾਊਨਟਾਊਨ ਵਿੱਚ ਵਾਪਸ ਆਉਣ ਅਤੇ ਵੈਂਕੂਵਰ ਦਾ ਦੁਬਾਰਾ ਆਨੰਦ ਲੈਣਾ ਸ਼ੁਰੂ ਕਰਵਾਉਣਾ ਚਾਹੀਦਾ ਹੈ। ਵਿਅਕਤੀਗਤ ਤੌਰ ਉੱਤੇ ਲਾਈਵ ਇਵੈਂਟਸ ਸ਼ਹਿਰ ਲਈ ਫੋਕਸ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਸ਼ਹਿਰ ਵਿੱਚ ਜੋਸ਼ ਅਤੇ ਵਾਈਬ੍ਰੈਂਸ ਨੂੰ ਵਾਪਸ ਲਿਆਂਦਾ ਜਾ ਸਕੇ। ਉਹਨਾਂ ਨੇ ਇਹ ਵੀ ਕਿਹਾ ਕਿ ਕੌਂਸਲ ਨੂੰ ਆਉਣ ਵਾਲੇ ਸਾਲਾਂ ਲਈ ਸਮਾਗਮਾਂ ਅਤੇ ਤਿਉਹਾਰਾਂ ਨੂੰ ਤੇਜ਼ ਕਰਨ ਲਈ ਕਮਿਊਨਿਟੀ ਭਾਈਵਾਲਾਂ ਨਾਲ ਕੰਮ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਕੋਵਿਡ ਅਤੇ ਡਰੱਗਸ ਦਾ ਵੱਡਾ ਅਸਰ 2022 ਵਿੱਚ ਵੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਸਿਹਤ ਮੰਤਰੀ ਐਡਰੀਅਨ ਡ੍ਰਿਕਸ ਵੱਲੋਂ ਕਿਹਾ ਗਿਆ ਕਿ 2023 ਵਿੱਚ ਸਿਹਤ ਪ੍ਰਣਾਲੀਆਂ ਵੱਲੋਂ ਜ਼ੋਰਾਂ ਨਾਲ ਕੰਮ ਕੀਤਾ ਜਾਵੇਗਾ ਅਤੇ ਉਹਨਾਂ ਵੱਲੋਂ ਸਾਰਿਆਂ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਕੋਵਿਡ ਦਾ ਖਤਰਾ ਹਲੇ ਪੂਰੀ ਤਰ੍ਹਾਂ ਟਲਿਆ ਨਹੀਂ ਹੈ, ਇਸ ਲਈ ਜਿੱਥੇ ਵੀ ਬਾਹਰ ਜਾਓ ਤੇ ਮਾਸਕ ਜ਼ਰੂਰ ਪਾ ਕੇ ਜਾਓ। BC ਵੈਂਕੂਵਰ ਵਿੱਚ ਇਨਫਲੂਐਂਜ਼ਾ ਬਾਰੇ ਇੱਕ ਨਿਊਜ਼ ਕਾਨਫਰੰਸ ਦੌਰਾਨ ਸਿਹਤ ਮੰਤਰੀ ਐਡਰੀਅਨ ਡ੍ਰਿਕਸ ਨੇ ਕਿਹਾ ਕਿ ਉਹ 2022 ਵਿੱਚ ਸਿਸਟਮ ਉੱਤੇ 1 ਸਾਲ ਦੇ ਲਗਾਤਾਰ ਦਬਾਅ ਤੋਂ ਬਾਅਦ ਸਿਹਤ ਸੰਭਾਲ ਕਰਮਚਾਰੀਆਂ ਲਈ ਧੰਨਵਾਦੀ ਮਹਿਸੂਸ ਕਰਦੇ ਨੇ ਤੇ ਨਾਲ ਹੀ 2022 ਵਿੱਚ ਦੁਹਰਾਈਆਂ ਗਲਤੀਆਂ ਨੂੰ 2023 ਵਿੱਚ ਯਾਦ ਰੱਖਣਗੇ। ਇਹ BC ਦੀ ਸਿਹਤ ਸੰਭਾਲ ਪ੍ਰਣਾਲੀ ਉੱਤੇ ਬੇਮਿਸਾਲ ਦਬਾਅ ਦਾ ਸਾਲ ਸੀ। ਚੱਲ ਰਹੀ COVID-19 ਮਹਾਮਾਰੀ ਅਤੇ 2022 ਦੇ ਘਾਤਕ ਜ਼ਹਿਰੀਲੇ ਡਰੱਗ ਸੰਕਟ ਦੇ ਵਿਚਕਾਰ ਲੋਕਾਂ ਦੀਆਂ ਐਮਰਜੈਂਸੀ ਦੇਖਭਾਲ ਤੱਕ ਪਹੁੰਚ ਕਰਨ ਵਿੱਚ ਅਸਫਲ ਰਹਿਣ ਦੀਆਂ ਕਈ ਰਿਪੋਰਟਾਂ ਸਾਹਮਣੇ ਆਈਆਂ ਨੇ, ਕਿਉਂਕਿ ਭਾਈਚਾਰਿਆਂ ਵਿੱਚ ER ਬੰਦ ਹੋਣਾ ਨਿਯਮਿਤ ਘਟਨਾਵਾਂ ਬਣ ਗਈਆਂ ਹਨ। ਸਾਲ ਦੇ ਅੰਤ ਵਿੱਚ COVID-19, ਫਲੂ ਅਤੇ RSV ਦੀ ਇੱਕ ਟ੍ਰਿਪਲਡੈਮਿਕ ਕਾਰਨ ਹਸਪਤਾਲ ਮਰੀਜ਼ਾਂ ਨਾਲ ਭਰ ਗਏ ਨੇ। BC ਸਿਹਤ ਮੰਤਰੀ ਐਡਰੀਅਨ ਡ੍ਰਿਕਸ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਦੇ ਕੰਮ ਉੱਤੇ ਉਹਨਾਂ ਨੂੰ ਮਾਣ ਹੈ। ਉਹ ਸੋਚਦੇ ਨੇ ਕਿ ਦੂਜੀ ਚੀਜ਼ ਜੋ 2022 ਵਿੱਚ ਪਰਿਭਾਸ਼ਿਤ ਕੀਤੀ ਜਾ ਰਹੀ ਹੈ ਉਹ ਚੁਣੌਤੀਆਂ ਨੇ ਜੋ ਆਈਆਂ ਹਨ ਕਿਉਂਕਿ ਹਰ ਕੋਈ ਮਹਾਮਾਰੀ ਵਿੱਚ ਹੈ ਅਤੇ ਓਵਰਡੋਜ਼ ਸੰਕਟ ਦੀ ਜਨਤਕ ਸਿਹਤ ਐਮਰਜੈਂਸੀ ਵਿੱਚ ਲੰਬੇ ਸਮੇਂ ਤੋਂ ਜੂਝ ਰਿਹਾ ਹੈ। ਸਫਲਤਾਵਾਂ ਦੇ ਸੰਦਰਭ ਵਿੱਚ ਉਹਨਾਂ ਨੇ ਕਿਹਾ ਕਿ ਟੀਮ ਆਧਾਰਿਤ ਦੇਖਭਾਲ ਨੂੰ ਬਣਾਉਣ ਅਤੇ ਪ੍ਰਾਇਮਰੀ ਕੇਅਰ ਨੂੰ ਸੰਬੋਧਨ ਕਰਨ ਦੇ ਤਰੀਕੇ ਨੂੰ ਬਦਲਣ ਵਿੱਚ ਡਾਕਟਰਾਂ ਨਾਲ ਇਤਿਹਾਸਿਕ ਸਮਝੌਤਾ ਹੈ, ਜਿਸ ਨੂੰ ਆਉਣ ਵਾਲੇ ਸਾਲ ਵਿੱਚ ਵੀ ਲਾਗੂ ਕਰ ਦਿੱਤਾ ਜਾਵੇਗਾ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਵੀ ਇੱਕ ਬੱਚੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ, ਇਹ ਉਸ ਬੱਚੇ ਲਈ, ਉਹਨਾਂ ਦੇ ਮਾਪਿਆਂ ਲਈ ਅਤੇ ਸਿਸਟਮ ਵਿੱਚ ਹਰ ਇੱਕ ਲਈ ਅਵਿਸ਼ਵਾਸਯੋਗ ਮੁਸ਼ਕਿਲ ਪਲ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਟੀਕਾਕਰਨ ਦੇ ਆਲੇ ਦੁਆਲੇ ਇਕਜੁੱਟ ਹੋਣ ਦੇ ਤਰੀਕੇ ਲੱਭਣੇ ਜਾਰੀ ਰੱਖਣੇ ਪੈਣਗੇ।
ਤੇ ਨਾਲ ਹੀ ਇੱਕ ਬਿਹਤਰ ਕੰਮ ਕਰਨ ਲਈ ਇੱਕ ਦੂਜੇ ਨਾਲ ਸੰਚਾਰ ਕਰਨਾ ਅਤੇ ਇੱਕ ਦੂਜੇ ਦਾ ਸਮਰਥਨ ਕਰਨਾ ਜ਼ਰੂਰੀ ਹੈ। ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਇਸ ਬਾਰੇ ਗੱਲ ਸੁਣ ਕੇ ਥੱਕ ਗਏ ਹੋਣਗੇ, ਪਰ ਸਾਰਿਆਂ ਨੂੰ ਲੋਕਾਂ ਨਾਲ ਜੁੜਨ ਲਈ ਨਵੇਂ ਤਰੀਕੇ ਲੱਭਣੇ ਪੈਣਗੇ। ਕੋਵਿਡ ਅਜੇ ਵੀ ਖਤਮ ਨਹੀਂ ਹੋਇਆ। ਇਹ ਅਜੇ ਵੀ ਉਨਾ ਹੀ ਪ੍ਰਭਾਵਸ਼ਾਲੀ ਅਤੇ ਉਨਾ ਹੀ ਖਤਰਨਾਕ ਸਾਬਿਤ ਹੋ ਸਕਦਾ ਹੈ। ਉਹਨਾਂ ਨੇ ਕਿਹਾ ਹੈ ਕਿ ਜਦੋਂ ਕੋਈ ਬਿਮਾਰ ਹੋਵੇ ਤਾਂ ਉਹਨਾਂ ਨੂੰ ਘਰ ਹੀ ਰੁਕਣਾ ਚਾਹੀਦਾ ਹੈ ਅਤੇ ਸਾਫ਼ ਸਫਾਈ ਤੇ ਸੈਨੀਟਾਈਜ਼ੇਸ਼ਨ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਬੁਨਿਆਦੀ ਚੀਜ਼ਾਂ ਹਨ ਜੋ ਅਸਲ ਵਿੱਚ ਬਿਮਾਰੀ ਨੂੰ ਰੋਕਣ ਵਿੱਚ ਸਾਰਿਆਂ ਦੀ ਮਦਦ ਕਰ ਸਕਦੀ ਹੈ। ਡਿਕਸ ਦਾ ਇਹ ਵੀ ਕਹਿਣਾ ਹੈ ਕਿ ਉਹ ਜਦੋਂ ਵੀ ਬਾਹਰ ਜਾਣਗੇ ਤਾਂ ਪਹਿਲੇ ਵਾਂਗ ਮਾਸਕ ਪਹਿਨ ਕਰ ਹੀ ਜਾਣਗੇ ਅਤੇ ਉਹ ਸਾਰੇ ਬ੍ਰਿਟਿਸ਼ ਕੋਲੰਬੀਆ ਦੇ ਨਿਵਾਸੀਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰਦੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਜੋ ਵੀ ਕੋਈ ਸੋਚਦਾ ਹੈ ਕਿ ਉਹਨਾਂ ਨੂੰ ਹਲਕੀ ਬਿਮਾਰੀ ਹੋਈ ਹੈ, ਇਹ ਉਹਨਾਂ ਦੇ ਗ੍ਰੈਂਡ ਪੇਰੈਂਟਸ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ। ਵੈਂਕੂਵਰ ਵਿੱਚ ਪੁਰਾਣੀ ਪਰੰਪਰਾ ਨਵੇਂ ਸਾਲ ਵਿੱਚ ਵਾਪਸ ਆਈ ਹੈ। ਜੀ ਹਾਂ, 3 ਸਾਲਾਂ ਬਾਅਦ ਪੋਲਰ ਬੀਅਰ ਸਵਿਮ ਦੇ ਇਵੈਂਟ ਵੈਂਕੂਵਰ ਇੰਗਲਿਸ਼ ਬੇ ਵਿੱਚ ਮਨਾਇਆ ਗਿਆ। ਕੋਵਿਡ ਦੀਆਂ ਪਾਬੰਦੀਆਂ ਕਰਕੇ 3 ਸਾਲਾਂ ਤੋਂ ਡਿਜੀਟਲ ਡਿਪ ਦੇ ਜ਼ਰੀਏ ਪੋਲਰ ਬੀਅਰ ਸਵਿਮ ਮਨਾਇਆ ਜਾ ਰਿਹਾ ਸੀ, ਜਿਹਦੇ ਵਿੱਚ ਲੋਕਾਂ ਨੂੰ ਵੀਡੀਓਜ਼ ਤੇ ਫੋਟੋਜ਼ ਨੂੰ ਅਪਲੋਡ ਕਰਨਾ ਹੁੰਦਾ ਸੀ। ਕੀ ਇਹ ਪੂਰੀ ਖਬਰ ਦੇਖੋ ਇਸ ਰਿਪੋਰਟ ਵਿੱਚ। 3 ਸਾਲ ਬਾਅਦ ਵੈਂਕੂਵਰ ਪੋਲਰ ਬੀਅਰ ਸਵਿਮ ਇੰਗਲਿਸ਼ ਬੇ ਵਿੱਚ ਵਾਪਸ ਪਰਤਿਆ। ਇਸ ਸਾਲ ਦੇ ਇਵੈਂਟ ਨੇ 2020 ਤੋਂ ਬਾਅਦ ਇੰਗਲਿਸ਼ ਬੇ ਵਿਖੇ ਪਹਿਲੀ ਵਿਅਕਤੀਗਤ ਪੋਲਰ ਬੀਅਰ ਸਵਿਮ ਇਵੈਂਟ ਨੂੰ ਰੌਣਕਾਂ ਨਾਲ ਭਰਿਆ। ਨਵੇਂ ਸਾਲ ਦੇ ਦਿਨ ਇਹ ਪਰੰਪਰਾ 3 ਸਾਲਾਂ ਬਾਅਦ ਵਾਪਸ ਪਰਤੀ ਹੈ। ਤੈਰਾਕਾਂ ਨੇ ਐਤਵਾਰ ਨੂੰ ਇੰਗਲਿਸ਼ ਬੇ ਦੇ ਬਰਫੀਲੇ ਠੰਡੇ ਪਾਣੀ ਵਿੱਚ ਬਹਾਦਰੀ ਨਾਲ ਪੋਲਰ ਬੀਅਰ ਸਵਿਮ ਇਵੈਂਟ ਵਿੱਚ ਹਿੱਸਾ ਲਿਆ। ਇੱਕ ਅਜਿਹਾ ਪ੍ਰੋਗਰਾਮ ਜੋ ਕਿ 1 ਸਦੀ ਤੋਂ ਵੀ ਵੱਧ ਪੁਰਾਣਾ ਹੈ। ਇਹ ਇਵੈਂਟ ਆਖਰੀ ਵਾਰ 1 ਜਨਵਰੀ 2020 ਨੂੰ ਯਾਨੀ ਕੋਵਿਡ-19 ਮਹਾਮਾਰੀ ਦੇ ਸ਼ੁਰੂਆਤ ਹੋਣ ਤੋਂ ਪਹਿਲਾਂ ਹੋਈ ਸੀ। 7000 ਤੋਂ ਵੱਧ ਲੋਕਾਂ ਨੇ 2020 ਵਿੱਚ ਹਿੱਸਾ ਲਿਆ ਸੀ। ਇਹ ਇਵੈਂਟ ਪਿਛਲੇ 2 ਸਾਲਾਂ ਤੋਂ ਡਿਜੀਟਲ ਡਿਪ ਦੁਆਰਾ ਬਦਲ ਦਿੱਤਾ ਗਿਆ ਸੀ, ਜਿਸ ਵਿੱਚ ਭਾਗੀਦਾਰ ਆਪਣੇ ਆਪ ਨੂੰ ਇੱਕ ਬਾਥਟਬ ਜਾਂ ਠੰਡੇ ਪਾਣੀ ਨਾਲ ਭਰੇ ਪੂਲ ਵਿੱਚ ਡੁਬੋ ਕੇ ਅਤੇ ਇੱਕ ਫੋਟੋ ਜਾਂ ਵੀਡੀਓ ਆਨਲਾਈਨ ਸਾਂਝਾ ਕਰਦੇ ਸਨ। ਪਰੰਪਰਾ ਦੀ ਸ਼ੁਰੂਆਤ 1920 ਵਿੱਚ ਪੀਟਰ ਪੈਂਟੇਜ ਦੁਆਰਾ ਕੀਤੀ ਗਈ ਸੀ, ਜੋ ਹਾਲ ਹੀ ਵਿੱਚ ਗ੍ਰੀਸ ਤੋਂ ਆਵਾਜ਼ ਕੀਤਾ ਗਿਆ। ਪੈਂਟੇਜ ਜੋ ਗ੍ਰੈਨਵਿਲ ਸਟਰੀਟ ਉੱਤੇ ਪੀਟਰ ਪੈਨ ਕੈਫੇ ਦੇ ਮਾਲਕ ਸਨ ਅਤੇ 1971 ਵਿੱਚ ਉਹਨਾਂ ਦੀ ਮੌਤ ਹੋ ਗਈ ਸੀ। ਆਪਣੀ ਪੋਤੀ ਲੀਜ਼ਾ ਦੇ ਅਨੁਸਾਰ ਗ੍ਰੀਸ ਵਿੱਚ ਆਪਣੇ ਘਰੇਲੂ ਟਾਪੂ ਐਂਡਰੋਸ ਦੇ ਸਨਮਾਨ ਵਿੱਚ ਦਿਨ ਵਿੱਚ ਘੱਟੋ-ਘੱਟ 1 ਵਾਰ ਤੈਰਾਕੀ ਕਰਦੇ ਸਨ। ਲੀਜ਼ਾ ਪੈਂਟੇਜ ਜੋ ਪੋਲਰ ਬੀਅਰ ਤੈਰਾਕੀ ਕਲੱਬ ਦੀ ਪ੍ਰਧਾਨ ਹੈ, ਉਹਨਾਂ ਦਾ ਕਹਿਣਾ ਹੈ ਕਿ ਸਾਲਾਂ ਦੌਰਾਨ ਲੋਕ ਸ਼ਾਨਦਾਰ ਪੁਸ਼ਾਕਾਂ ਦੇ ਨਾਲ ਸਮਾਗਮ ਵਿੱਚ ਆਏ ਸਨ ਅਤੇ ਆਪਣੀਆਂ ਪਰਿਵਾਰਕ ਪਰੰਪਰਾਵਾਂ ਬਣਾਈਆਂ ਰਹੀਆਂ। ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਇਸ ਨੂੰ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਇੱਕ ਮਜ਼ੇਦਾਰ ਤਰੀਕਾ ਵਜੋਂ ਵਰਤਦੇ ਹਨ। ਇਸ ਇਵੈਂਟ ਵਿੱਚ ਲੋਕਾਂ ਨੇ ਵੱਖ-ਵੱਖ ਪਹਿਰਾਵੇ ਪਹਿਨੇ ਹੋਏ ਸਨ ਅਤੇ ਆਪਣੇ ਆਪ ਨੂੰ ਵਿਲੱਖਣ ਢੰਗ ਨਾਲ ਪੇਸ਼ ਕੀਤਾ ਸੀ। ਲੋਕ ਲੰਬੇ ਅਰਸੇ ਤੋਂ ਬਾਅਦ ਇਸ ਪਰੰਪਰਾ ਦਾ ਆਨੰਦ ਲੈਂਦੇ ਨਜ਼ਰ ਆਏ, ਕਿਉਂਕਿ ਮਹਾਮਾਰੀ ਤੋਂ ਬਾਅਦ ਇਹ ਨਵਾਂ ਸਾਲ ਪਹਿਲਾ ਸੀ ਜਦੋਂ ਲੋਕਾਂ ਨੇ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਪਾਣੀ ਵਿੱਚ ਮਸਤੀ ਕੀਤੀ। ਉੱਥੇ ਹੀ ਨੱਚਣਾ, ਗਾਉਣਾ, ਸੰਗੀਤ ਅਤੇ ਇਕਜੁੱਟਤਾ ਵੀ ਨਜ਼ਰ ਆਈ ਸੀ। Look around. If this is not the biggest beach party of the year, I don't know what is. It's amazing. It was great. Very exciting. My first one ever. It was cold, but not as cold as I thought it was going to be. ਇਮੀਗ੍ਰੇਸ਼ਨ ਦੀ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਪਤਾ ਲੱਗਿਆ ਹੈ ਕਿ ਕਈ PNPs, ਐਕਸਪ੍ਰੈਸ ਐਂਟਰੀਜ਼, PGPs ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਵੱਡੀ ਅਪਡੇਟ ਆਈ ਹੈ ਸਾਹਮਣੇ। ਰਿਪੋਰਟ ਦੇ ਮੁਤਾਬਿਕ 23% ਆਬਾਦੀ ਪ੍ਰਵਾਸੀਆਂ ਨਾਲ ਆਪਣਾ ਸਭ ਤੋਂ ਵੱਡਾ ਹਿੱਸਾ ਬਣਾਉਂਦੀ ਹੈ, ਜਿਸ ਤੋਂ ਬਾਅਦ ਪਤਾ ਲੱਗਿਆ ਹੈ ਕਿ ਇਮੀਗ੍ਰੇਸ਼ਨ ਨਾਲ ਆਰਥਿਕ ਅਤੇ ਸਮਾਜਿਕ ਸਥਿਤੀ ਸੁਧਰ ਸਕਦੀ ਹੈ। ਰਿਪੋਰਟ ਦੇ ਮੁਤਾਬਿਕ ਪ੍ਰਵਾਸੀ ਹੁਣ ਕੈਨੇਡਾ ਦੀ ਕੁੱਲ ਆਬਾਦੀ 23% ਦਾ ਆਪਣਾ ਸਭ ਤੋਂ ਵੱਡਾ ਹਿੱਸਾ ਬਣਾਉਂਦੇ ਹਨ, ਜੋ ਕਿ 100 ਸਾਲ ਪਹਿਲੇ ਬਣਾਏ ਗਏ ਰਿਕਾਰਡ ਨੂੰ ਮਾਤ ਵੀ ਦਿੰਦੇ ਨੇ। 2023 ਵੱਲ ਵਧਦਿਆਂ ਕੈਨੇਡੀਅਨ ਸਰਕਾਰ ਇਮੀਗ੍ਰੇਸ਼ਨ ਪ੍ਰਤੀ ਆਪਣੀ ਨਿਰੰਤਰ ਵਚਨਬੱਧਤਾ ਅਤੇ ਇਸ ਦੇਸ਼ ਵਿੱਚ ਨਵੇਂ ਆਏ ਲੋਕਾਂ ਦਾ ਸਵਾਗਤ ਕਰਨ ਵਿੱਚ ਦ੍ਰਿੜ ਜਾਪਦੀ ਹੈ। ਕੈਨੇਡਾ ਨੂੰ ਉਮੀਦ ਹੈ ਕਿ ਵਧੀ ਹੋਈ ਇਮੀਗ੍ਰੇਸ਼ਨ ਇਸ ਦੇਸ਼ ਨੂੰ ਸਮਾਜਿਕ ਅਤੇ ਆਰਥਿਕ ਤੌਰ ਉੱਤੇ ਵਿਕਸਿਤ ਕਰਨ ਵਿੱਚ ਮਦਦ ਕਰਦੀ ਰਹੇਗੀ, ਜਦੋਂ ਕਿ ਮਾਨਵਤਾਵਾਦੀ ਸਹਾਇਤਾ ਲਈ
ਕੈਨੇਡਾ ਦੀ ਸਮਰੱਥਾ ਰਾਹੀਂ ਪਰਿਵਾਰਾਂ ਨੂੰ ਮੁੜ ਜੋੜਨ ਅਤੇ ਕਮਜ਼ੋਰ ਆਬਾਦੀ ਦੀ ਮਦਦ ਕਰਨ ਲਈ ਵੀ ਕੰਮ ਕਰਨਾ ਪਵੇਗਾ। ਸਤੰਬਰ 2022 ਤੋਂ IRCC ਵਿਖੇ ਕੁੱਲ ਅਰਜ਼ੀਆਂ ਦਾ ਬੈਕਲੌਗ ਲਗਾਤਾਰ ਘਟਦਾ ਨਜ਼ਰ ਆਇਆ ਹੈ। IRCC ਨੇ ਆਪਣੇ ਬੈਕਲੌਗ ਨੂੰ 4 ਲੱਖ ਤੱਕ ਘਟਾ ਦਿੱਤਾ ਹੈ। ਇਸ ਤੋਂ ਇਲਾਵਾ IRCC ਨੇ ਐਪਲੀਕੇਸ਼ਨ ਵਸਤੂਆਂ ਨੂੰ ਘਟਾਉਣ ਲਈ $85 ਮਿਲੀਅਨ ਵਾਧੂ ਫੰਡ ਪ੍ਰਾਪਤ ਕੀਤੇ ਹਨ ਅਤੇ ਮਾਰਚ 2019 ਅਤੇ ਨਵੰਬਰ 2022 ਦੇ ਵਿਚਕਾਰ 2521 ਕਰਮਚਾਰੀਆਂ ਦੁਆਰਾ ਫਰੰਟਲਾਈਨ ਆਪਰੇਸ਼ਨ ਸਟਾਫ ਵਿੱਚ ਵਾਧਾ ਵੀ ਕੀਤਾ ਹੈ। ਉਮੀਦ ਰਹਿੰਦੀ ਹੈ ਕਿ ਇਹ ਕਾਰਕ 2023 ਵਿੱਚ IRCC ਦੇ ਸੇਵਾ ਅਤੇ ਐਪਲੀਕੇਸ਼ਨ ਬੈਕਲੌਗ ਨੂੰ ਸਕਾਰਾਤਮਕ ਤੌਰ ਉੱਤੇ ਪ੍ਰਭਾਵਿਤ ਕਰਦੇ ਰਹਿਣਗੇ। ਕੈਨੇਡਾ ਨੇ 2023 ਲਈ ਇਮੀਗ੍ਰੇਸ਼ਨ ਪੱਧਰ ਯੋਜਨਾ ਦੇ ਅੰਦਰ ਇੱਕ ਰਿਕਾਰਡ ਉੱਚਾ ਇਮੀਗ੍ਰੇਸ਼ਨ ਟੀਚਾ ਨਿਰਧਾਰਤ ਕੀਤਾ ਹੈ, ਜੋ ਸੁਝਾਅ ਦਿੰਦਾ ਹੈ ਕਿ IRCC ਦਾ ਮੰਨਣਾ ਹੈ ਕਿ ਇਹ ਬੈਕਲੌਗ ਦਾ ਪ੍ਰਬੰਧਨ ਕਰ ਸਕਦਾ ਹੈ ਅਤੇ ਉੱਚ ਪੱਧਰ ਦਾ ਵੀ ਸਵਾਗਤ ਕਰ ਸਕਦਾ ਹੈ। ਤੇ ਹੁਣ ਆਪਾਂ ਗੱਲ ਕਰਾਂਗੇ 4 ਮੁੱਖ ਕੈਨੇਡੀਅਨ ਇਮੀਗ੍ਰੇਸ਼ਨ ਮਾਰਗਾਂ ਦੀ। ਪਹਿਲਾ, 2023 ਵਿੱਚ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ। ਇਸ ਸਾਲ ਦੇ ਅੰਤ ਵਿੱਚ PNP ਕੈਨੇਡਾ ਦੇ ਪ੍ਰਮੁੱਖ ਇਮੀਗ੍ਰੇਸ਼ਨ ਮਾਰਗ ਵਜੋਂ ਐਕਸਪ੍ਰੈਸ ਐਂਟਰੀ ਨੂੰ ਪਿੱਛੇ ਛੱਡਣ ਲਈ ਬਿਲਕੁਲ ਤਿਆਰ ਹੈ। PNPs ਕੈਨੇਡਾ ਦੀ ਖਾਸ ਲੇਬਰ ਮਾਰਕੀਟ ਦੀ ਲੋੜਾਂ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ ਮਹੱਤਵਪੂਰਨ ਹਨ, ਜੋ ਦੇਸ਼ ਭਰ ਵਿੱਚ ਵਧੇਰੇ ਪ੍ਰਮੁੱਖ ਬਣ ਰਹੀਆਂ ਨੇ। ਇਸ ਅਨੁਸਾਰ 2023 ਵਿੱਚ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨਾਲੋਂ 23,000 ਵੱਧ PNP ਪ੍ਰਵਾਸੀਆਂ ਦੇ ਕੈਨੇਡਾ ਵਿੱਚ ਸਵਾਗਤ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਦੂਜਾ, 2023 ਵਿੱਚ ਐਕਸਪ੍ਰੈਸ ਐਂਟਰੀ ਖਾਸ ਲੇਬਰ ਮਾਰਕੀਟ ਦੀਆਂ ਲੋੜਾਂ ਅਤੇ ਅੰਤਰਾਂ ਨੂੰ ਹੱਲ ਕਰਨ ਦੀ ਕੈਨੇਡਾ ਦੀ ਇੱਛਾ ਨੂੰ ਹੋਰ ਮਜ਼ਬੂਤ ਕਰਦੇ ਹੋਏ IRCC ਤੋਂ 2023 ਵਿੱਚ ਟਾਰਗੇਟਡ ਐਕਸਪ੍ਰੈਸ ਐਂਟਰੀ ਡਰਾਅ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ਡਰਾਅ ਲਾਗੂ ਕਰਨ ਲਈ ਸੱਦਾ ਦੇਣ ਦੀ ਬਜਾਏ ਉਮੀਦਵਾਰ CRS ਕੋਰਸ ਉਹਨਾਂ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਣਗੇ ਜਿਨ੍ਹਾਂ ਕੋਲ ਸਪੈਸੀਫਿਕ ਆਕੂਪੇਸ਼ਨਲ ਐਕਸਪੀਰੀਅੰਸ, ਲੈਂਗੁਏਜ ਸਕਿੱਲਸ ਅਤੇ ਐਜੂਕੇਸ਼ਨਲ ਬੈਕਗ੍ਰਾਉਂਡ ਨੇ। ਤੀਜਾ, 2023 ਵਿੱਚ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਦਾ ਪ੍ਰੋਗਰਾਮ। 2023 ਵਿੱਚ ਕੈਨੇਡਾ ਪਰਿਵਾਰ ਦੇ ਮੁੜ ਏਕੀਕਰਨ ਲਈ ਵਚਨਬੱਧ ਰਹੇਗਾ। ਇਹ ਕੈਨੇਡਾ ਦੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਯਾਨੀ PGP ਦੀ ਲੋਕਪ੍ਰਿਯਤਾ ਤੋਂ ਸਪਸ਼ਟ ਹੁੰਦਾ ਹੈ। PGP ਹੋਰ ਇਮੀਗ੍ਰੇਸ਼ਨ ਮਾਰਗਾਂ ਜਿਵੇਂ ਕਿ ਸੁਪਰ ਵੀਜ਼ਾ ਦੇ ਨਾਲ ਮਿਲਾ ਕੇ ਕੈਨੇਡਾ ਦੀ ਨਵੀਨਤਾ ਇਮੀਗ੍ਰੇਸ਼ਨ ਪੱਧਰੀ ਯੋਜਨਾ ਦੇ ਅਨੁਸਾਰ ਅਗਲੇ ਸਾਲ 28,000 ਤੋਂ ਵੱਧ ਨਵੇਂ ਆਉਣ ਵਾਲਿਆਂ ਦਾ ਸਵਾਗਤ ਕਰੇਗਾ। ਚੌਥਾ, 2023 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ। ਅਕਤੂਬਰ ਵਿੱਚ IRCC ਨੇ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਆਫ ਕੈਂਪਸ ਕੰਮ ਦੇ ਘੰਟਿਆਂ ਦੀ ਨੀਤੀ ਵਿੱਚ ਇੱਕ ਸੋਧ ਦੀ ਘੋਸ਼ਣਾ ਕੀਤੀ ਸੀ। 15 ਨਵੰਬਰ 2022 ਤੋਂ 2023 ਦੇ ਅੰਤ ਤੱਕ ਅੰਤਰਰਾਸ਼ਟਰੀ ਵਿਦਿਆਰਥੀ ਜੋ ਕੈਨੇਡਾ ਵਿੱਚ ਹਨ ਅਤੇ ਉਹਨਾਂ ਦੇ ਅਧਿਐਨ ਪਰਮਿਟ ਵਿੱਚ ਕੈਂਪਸ ਤੋਂ ਬਾਹਰ ਕੰਮ ਕਰਨ ਦਾ ਅਧਿਕਾਰ ਹੈ, ਉਹਨਾਂ ਨੂੰ ਕਲਾਸ ਸੈਸ਼ਨ ਦੌਰਾਨ ਕੈਂਪਸ ਤੋਂ ਬਾਹਰ 20 ਘੰਟੇ ਪ੍ਰਤੀ ਹਫ਼ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਕੈਨੇਡਾ ਨੂੰ ਮਜ਼ਦੂਰਾਂ ਦੀ ਘਾਟ ਨਾਲ ਬਿਹਤਰ ਢੰਗ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ, ਕਿਉਂਕਿ ਕੈਨੇਡਾ ਨੂੰ ਇਤਿਹਾਸਿਕ ਮਜ਼ਦੂਰਾਂ ਦੀ ਘਾਟ ਅਤੇ ਇੱਕ ਬੇਰੁਜ਼ਗਾਰੀ ਦਰ ਦੇ ਇਤਿਹਾਸਿਕ ਮਾਪਦੰਡਾਂ ਅਨੁਸਾਰ ਘੱਟ ਹੈ ਇਹਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤਬਦੀਲੀ ਸੰਭਾਵਿਤ ਤੌਰ ਉੱਤੇ 10 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਅੱਧੇ ਤੋਂ ਵੱਧ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਕਲਾਸਾਂ ਵਿੱਚ ਹਾਜ਼ਰ ਹੋਣ ਦੌਰਾਨ ਵਧੇਰੇ ਘੰਟੇ ਕੰਮ ਕਰਨ ਦੀ ਇਜਾਜ਼ਤ ਦੇਵੇਗੀ। ਹੁਣ ਅਤੇ ਅਗਲੇ ਸਾਲ ਦੇ ਅੰਤ ਦੇ ਵਿਚਕਾਰ ਇਮੀਗ੍ਰੇਸ਼ਨ ਕੈਨੇਡਾ ਦੀ ਆਬਾਦੀ ਅਤੇ ਲੇਬਰ ਫੋਰਸ ਨੂੰ ਮਹੱਤਵਪੂਰਨ ਤੌਰ ਉੱਤੇ ਲਾਭ ਪਹੁੰਚਾਉਂਦੀ ਹੈ, ਜੋ ਕਿ 2023 ਵਿੱਚ ਜਾਰੀ ਰਹਿਣੀ ਚਾਹੀਦੀ ਹੈ। ਉਦਾਹਰਣ ਲਈ PNPs ਅਤੇ ਐਕਸਪ੍ਰੈਸ ਐਂਟਰੀ ਡਰਾਅ ਦੋਵਾਂ ਰਾਹੀਂ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਦੀ ਸੰਭਾਵਿਤ ਵਾਧਾ ਕੈਨੇਡਾ ਨੂੰ ਮੌਜੂਦਾ ਸਮੇਂ ਵਿੱਚ ਦੇਸ਼ ਦੇ ਲੇਬਰ ਬਾਜ਼ਾਰ ਵਿੱਚ ਰੁਕਾਵਟ ਪਾਉਣ ਵਾਲੇ ਦਬਾਅ ਤੋਂ ਬਾਹਰ ਪਾਉਣ ਦੀ ਇਜਾਜ਼ਤ ਦੇ ਸਕਦੀ ਹੈ। ਇਸ ਅਨੁਸਾਰ 2023 ਵਿੱਚ ਇਮੀਗ੍ਰੇਸ਼ਨ ਸਾਰੇ ਕੈਨੇਡੀਅਨਸ ਨੂੰ ਇਸ ਦੇਸ਼ ਵਿੱਚ ਇੱਕ ਖੁਸ਼ਹਾਲ ਸ਼ਕਤੀ ਅਤੇ ਆਰਥਿਕ ਭਵਿੱਖ ਲਈ ਵਧੇਰੇ ਮੌਕੇ ਦੇ ਕਈ ਕਾਰਨ ਪ੍ਰਦਾਨ ਕਰ ਸਕਦੀ ਹੈ ਤੇ ਸਾਰਿਆਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਕਿ ਕੈਨੇਡੀਅਨ ਅਰਥਚਾਰੇ ਅਤੇ ਲੇਬਰ ਮਾਰਕੀਟ ਦੀ ਸਥਿਤੀ ਦੀ ਵੀ ਨਿਗਰਾਨੀ ਕਰਨੀ ਚਾਹੀਦੀ ਹੈ
ਤਾਂ ਜੋ ਇਹ ਵੇਖਣ ਲਈ ਕਿ ਅਗਲੇ 12 ਮਹੀਨਿਆਂ ਵਿੱਚ ਇਮੀਗ੍ਰੇਸ਼ਨ ਦੇਸ਼ ਨੂੰ ਅਸਲ ਵਿੱਚ ਕਿਵੇਂ ਪ੍ਰਭਾਵਿਤ ਕਰਦੀ ਹੈ। ਤੇ ਉੱਥੇ ਫੈਡਰਲ ਗਵਰਨਮੈਂਟ ਵੱਲੋਂ ਹੁਣ ਨਵੇਂ ਸਾਲ ਦੇ ਲਈ ਨਵੇਂ ਟੈਕਸਸ ਅਤੇ ਕਈ ਨਵੇਂ ਬਦਲਾਅ ਕੀਤੇ ਗਏ ਨੇ ਤੇ ਨਾਲ ਹੀ ਕੁਝ ਨਵੀਆਂ ਅਪਡੇਟਸ ਵੀ ਸਾਹਮਣੇ ਆਈਆਂ ਨੇ, ਜਿੱਥੋਂ ਬਾਅਦ ਪਤਾ ਲੱਗਿਆ ਹੈ ਕਿ ਫਰਸਟ ਹੋਮ ਸੇਵਿੰਗਸ ਅਕਾਊਂਟ ਨਾ ਸਿਰਫ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਹੈ ਬਲਕਿ ਉਹਨਾਂ ਲਈ ਵੀ ਹੈ ਜੋ ਕਿ ਹਾਊਸਿੰਗ ਮਾਰਕੀਟ ਵਿੱਚ ਮੁੜ ਦੁਬਾਰਾ ਵਾਪਸ ਆਉਣਾ ਚਾਹੁੰਦੇ ਨੇ। ਦੇਖੋ ਇਹ ਖਾਸ ਰਿਪੋਰਟ। ਨਵੇਂ ਸਾਲ ਲਈ ਨਵੇਂ ਟੈਕਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਉਪਾਵਾਂ ਵਿੱਚ ਨਵੇਂ ਘਰ ਖਰੀਦਦਾਰਾਂ ਲਈ ਟੈਕਸ ਪ੍ਰੋਤਸਾਹਨ ਅਤੇ ਗੈਰ ਨਿਵਾਸੀ ਜਾਇਦਾਦ ਮਾਲਕਾਂ ਉੱਤੇ ਟੈਕਸ ਸ਼ਾਮਿਲ ਹਨ। 2023 ਵਿੱਚ ਲਾਗੂ ਹੋਣ ਵਾਲੇ ਸੰਘੀ ਟੈਕਸਾਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਦਾ ਉਦੇਸ਼ ਕਿਫਾਇਤੀ ਰਿਹਾਇਸ਼ਾਂ ਦੀ ਸਪਲਾਈ ਨੂੰ ਵਧਾਉਣਾ ਹੈ। ਫੈਡਰਲ ਸਰਕਾਰ ਨੇ ਇਸ ਸਾਲ ਲਈ ਟੈਕਸਾਂ ਅਤੇ ਟੈਕਸ ਲਾਭਾਂ ਵਿੱਚ ਕਈ ਬਦਲਾਅ ਕੀਤੇ ਹਨ। ਇੱਕ ਫਰਸਟ ਹੋਮ ਸੇਵਿੰਗਸ ਅਕਾਊਂਟ, ਹੋਮ ਫਲਿਪਿੰਗ ਉੱਤੇ ਇੱਕ ਵਧਿਆ ਹੋਇਆ ਟੈਕਸ ਅਤੇ ਅਣਵਰਤੇ ਜਾਂ ਘੱਟ ਵਰਤੋਂ ਵਾਲੇ ਮਕਾਨਾਂ ਉੱਤੇ ਟੈਕਸ ਹੁਣ ਪ੍ਰਭਾਵੀ ਨਵੇਂ ਉਪਾਵਾਂ ਵਿੱਚ ਹੋਣ। FHSA ਕੁਝ ਘਰੇਲੂ ਖਰੀਦਦਾਰਾਂ ਨੂੰ 5 ਸਾਲਾਂ ਵਿੱਚ $8,000 ਦੇ ਵੱਧ ਤੋਂ ਵੱਧ ਸਾਲਾਨਾ ਯੋਗਦਾਨ ਦੇ ਨਾਲ ਇੱਕ ਘਰ ਦੀ ਖਰੀਦ ਲਈ $40,000 ਤੱਕ ਦੀ ਬਚਤ ਕਰਨ ਦੀ ਇਜਾਜ਼ਤ ਦਿੰਦਾ ਹੈ। FHSA ਵਿੱਚ ਯੋਗਦਾਨ ਟੈਕਸ ਕਟੌਤੀ ਯੋਗ ਹਨ ਅਤੇ ਘਰ ਖਰੀਦਣ ਲਈ ਕਢਵਾਉਣਾ ਟੈਕਸ ਮੁਕਤ ਹਨ। ਵੈਂਕੂਵਰ ਦੇ ਇੱਕ CPA ਨੇ ਕਿਹਾ ਕਿ ਨੋਟ ਕਰਨਾ ਇਹ ਮਹੱਤਵਪੂਰਨ ਹੈ ਕਿ FHSA ਸਿਰਫ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਹੀ ਨਹੀਂ ਹੈ, ਉਹਨਾਂ ਲਈ ਵੀ ਹੈ ਜੋ ਲੋਕ ਘਰ ਖਰੀਦਣਾ ਚਾਹੁੰਦੇ ਹਨ ਤੇ ਜਿਨ੍ਹਾਂ ਕੋਲ 4 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਘਰ ਨਹੀਂ ਹੈ। ਇਸ ਲਈ ਇਹ ਉਹਨਾਂ ਲੋਕ ਲਈ ਵੀ ਹੋ ਸਕਦਾ ਹੈ ਜੋ ਹਾਊਸਿੰਗ ਮਾਰਕੀਟ ਵਿੱਚ ਦੁਬਾਰਾ ਦਾਖਲ ਹੋ ਰਹੇ ਨੇ, ਜੋ ਕਿ ਕਈ ਸਾਲਾਂ ਤੋਂ ਹਾਊਸਿੰਗ ਮਾਰਕੀਟ ਤੋਂ ਬਾਹਰ ਹਨ। ਹਾਊਸਿੰਗ ਨਾਲ ਸੰਬੰਧਿਤ ਇੱਕ ਹੋਰ ਨਵਾਂ ਟੈਕਸ ਸਾਹਮਣੇ ਆਇਆ ਹੈ, ਮਲਟੀ ਜਨਰੇਸ਼ਨ ਹੋਮ ਰੈਨੋਵੇਸ਼ਨ। ਫਾਈਨਾਂਸ ਕੈਨੇਡਾ ਨੇ ਇੱਕ ਈਮੇਲ ਵਿੱਚ ਕਿਹਾ ਕਿ ਰਿਫੰਡੇਬਲ ਟੈਕਸ ਕ੍ਰੈਡਿਟ $7,500 ਤੱਕ ਪ੍ਰਦਾਨ ਕਰੇਗਾ। ਯੋਗ ਪਰਿਵਾਰ ਸੈਕੰਡਰੀ ਹਾਊਸਿੰਗ ਸੂਟ ਬਣਾਉਣ ਲਈ ਘਰ ਦੀ ਮੁਰੰਮਤ ਅਤੇ ਉਸਾਰੀ ਖਰਚਿਆਂ ਵਿੱਚ ਵੱਧ ਤੋਂ ਵੱਧ $50,000 ਦੇ 15% ਦਾ ਦਾਅਵਾ ਕਰ ਸਕਦੇ ਹਨ। ਸਰਕਾਰ ਅੰਡਰ ਯੂਜ਼ਡ ਹਾਊਸਿੰਗ ਟੈਕਸ ਯਾਨੀ UHT ਵੀ ਲਾਗੂ ਕਰ ਰਹੀ ਹੈ। ਫਾਈਨਾਂਸ ਕੈਨੇਡਾ ਦਾ ਕਹਿਣਾ ਹੈ ਕਿ UHT ਇੱਕ ਰਾਸ਼ਟਰੀ ਸਾਲਾਨਾ ਹੈ ਅਤੇ 1% ਟੈਕਸ ਹੈ ਜੋ ਕੈਨੇਡਾ ਵਿੱਚ ਖਾਲੀ ਅਤੇ ਘੱਟ ਵਰਤੋਂ ਵਾਲੀ ਰਿਹਾਇਸ਼ੀ ਜਾਇਦਾਦ ਦੇ ਮੁੱਲ ਉੱਤੇ ਹੈ, ਜੋ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਗੈਰ ਨਿਵਾਸੀ ਗੈਰ ਕੈਨੇਡੀਅਨ ਦੀ ਮਲਕੀਅਤ ਹੈ। ਖਬਰਾਂ ਦੇ ਸਿਲਸਿਲੇ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੈਨੂੰ ਯਾਨੀ ਹਰਸਿਮਰਤ ਦੇ ਇਜਾਜ਼ਤ। ਬਣੇ ਰਹੋ TV ਪੰਜਾਬ ਦੇ ਨਾਲ। ਜਾਣ ਤੋਂ ਪਹਿਲਾਂ ਇੱਕ ਰੁਕ ਹੈਡਲਾਈਨਸ ਤੇ। ਕੈਲਗਰੀ ਵਿੱਚ ਸਾਲ ਦੇ ਪਹਿਲੇ ਦਿਨ ਹੋਈ ਗੋਲੀਬਾਰੀ, ਇੱਕ ਦੀ ਹੋਈ ਮੌਤ, ਇੱਕ ਗੰਭੀਰ ਰੂਪ ਵਿੱਚ ਹੈ ਜ਼ਖਮੀ। 3 ਸਾਲ 'ਚ ਪਹਿਲੀ ਵਾਰ ਨਵੇਂ ਸਾਲ ਵਿੱਚ ਲੱਗੀਆਂ ਰੌਣਕਾਂ। 2023 ਲਈ ਹੋਰ ਲਾਈਵ ਇਵੈਂਟਸ ਦੀ ਯੋਜਨਾ। ਸਿਹਤ ਮੰਤਰੀ ਨੂੰ 2022 ਤੋਂ ਮਿਲੀ ਸਿੱਖਿਆ, ਕਿਹਾ 2023 ਲਈ ਪੂਰੀ ਤਰ੍ਹਾਂ ਤਿਆਰ ਹੈ BC। 2023 ਲਈ ਇਮੀਗ੍ਰੇਸ਼ਨ ਦੀ ਵੱਡੀ ਅਪਡੇਟ, ਇਮੀਗ੍ਰੇਸ਼ਨ ਨਾਲ ਸੁਧਰ ਸਕਦੀ ਹੈ ਆਰਥਿਕ ਸਥਿਤੀ। ਨਵੇਂ ਸਾਲ ਦੇ ਨਵੇਂ ਟੈਕਸ ਆਏ ਸਾਹਮਣੇ, ਫੈਡਰਲ ਸਰਕਾਰ ਵੱਲੋਂ ਟੈਕਸਾਂ ਵਿੱਚ ਤਬਦੀਲੀਆਂ।